ਰਾਤ ਬੈਠਿਆ ਇਹਨਾਂ ਕੋਲ ਤੇ ਦੱਸ ਰਹੇ ਹਨ ਵੀ 1.5 ਲੱਖ ਰੁਪਇਆ ਇੱਥੇ ਏਕੜ ਦਾ ਮਿਨੀਮਮ ਠੇਕਾ ਹੈ। ਕੋਈ ਡਿਮਾਂਡ 2 ਲੱਖ ਵੀ ਕਰਦਾ ਪਿਆ, ਕੋਈ ਪੌਣੇ 2 ਲੱਖ ਕਰਦਾ ਪਿਆ। ਚਲੋ 1.5 ਲੱਖ ਵੀ ਅਸੀਂ ਲਾ ਲਈਏ ਤੇ ਇਹ 1.5 ਲੱਖ ਰੁਪਇਆ ਤਾਂ ਬੜੀ ਰਕਮ ਹੈ ਪਰ ਏਕੜ ਦੀ। 1.5 ਲੱਖ ਜਿਹੜਾ ਤੁਸੀਂ ਜ਼ਮੀਨ ਦਾ ਠੇਕਾ ਦਿੰਦੇ ਪਏ ਕੋਈ ਬਚਦੀ ਉਹਦੇ ਕੁਛ? ਉਹ ਵੇਖਣ ਭਾਈ ਜਾਨ 1.5 ਲੱਖ ਠੇਕਾ ਹੋ ਗਿਆ ਜੇ, ਲੇਕਿਨ ਮਹਿੰਗਾਈ ਕਿੱਥੇ ਚਲੇ ਗਈ, ਬਚਦੀ ਸ਼ਾਇਕਾ ਹੀ ਨਹੀਂ। ਗੱਲ ਕਰਨ ਦਾ ਮਕਸਦ ਇਹ ਹੈ ਵੀ ਹੁਣ ਇੱਥੇ ਪਿੰਡ 'ਚ ਰਹਿੰਦੇ ਹਾਂ, ਜ਼ਿਮੀਂਦਾਰੀ ਇਲਾਵਾ ਸਾਡਾ ਹੋਰ ਕਾਰੋਬਾਰ ਹੈ ਕੋਈ ਨਹੀਂ ਵੀ ਅਸੀਂ ਕੋਈ ਹੋਰ ਮਸਲਾ ਕਰ ਲਈਏ ਜਾ ਕੇ ਇਹਨੂੰ ਛੱਡ ਦਿੰਦੇ ਹਾਂ ਜੀ। ਠੀਕ ਹੈ, ਜਿਹੜੇ ਮਾਲਕ ਹਨ ਮਾਸ਼ਾਅੱਲਾ ਉਹ 1.5 ਲੱਖ ਤੇ ਵੀ ਨਹੀਂ ਖਲੋਂਦੇ ਪਏ, ਨਹੀਂ ਜੀ ਕਿਤੇ 2 ਲੱਖ ਹੋ ਦੇਈ ਜਾਂਦਾ ਨਾ ਕਿੱਲੇ ਦਾ, ਉਹ ਬਿਹਤਰ ਆ ਜੀ। ਕਣਕ ਦਾ ਰੇਟ ਬੜਾ ਵੱਧ ਗਿਆ ਜੀ, ਮੁੰਜੀ ਦਾ ਬੜਾ ਵੱਧ ਗਿਆ ਜੀ। ਉਹ ਵੇਖੋ ਭਾਈ ਜਾਨ ਜਿਹੜਾ ਪਿਛਲੇ 4 ਸਾਲ ਗੱਟੂ ਆਈ ਨਾ DAP ਦਾ, ਉਹ 14,000 12,000 ਤੇ ਰਿਹਾ ਜੀ। ਉਦੋਂ ਉਹ ਨਹੀਂ ਜੱਟ ਨੂੰ ਵੇਚਦੇ ਤੇ ਮਾਲਕ ਆਪਣਾ ਵੇਚਦਾ ਜੀ, ਮੇਰਾ ਜੀ 1.5 ਲੱਖ ਨੂੰ ਹੋ ਗਿਆ ਮੈਂ ਪੌਣੇ 2 ਲੱਖ ਨੂੰ ਦੇਵਣਾ ਜੀ, 2 ਲੱਖ ਤੱਕ ਹੋ ਜਾਵੇ। ਖਾਦਾਂ ਨਹੀਂ ਲੱਭਦੀਆਂ ਜੀ, ਲੈਣਾ ਲੈ ਯੂਰੀਆ ਲੈ ਜੀ ਖਲੋ ਕੇ 2 ਦਿਨ ਉਹ ਬੰਦਾ 8 ਦਿਨ ਵਿਹਲਾ ਹੋ ਗਈ ਮਗਰ ਜਾਂਦੇ ਖਾਦ ਚਾਵਣ ਜੀ, 8 ਦਿਨ ਲੱਗ ਜਾਂਦੇ ਨੇ ਯੂਰੀਆ ਲੈਂਦੇ ਜਿਵੇਂ ਤਾਂ ਸਾਨੂੰ ਖਾਦ ਮਿਲਦੀ ਰਹੀ ਹੈ ਜੀ। ਠੀਕ ਹੈ, ਉਸ ਤੋਂ ਬਾਅਦ ਬਿੱਲ ਹੈ ਮੋਟਰ ਬੰਦ ਪਈ ਰਹੀ, 40,000 ਰੁਪਏ ਬਿੱਲ ਆ, ਪੂਰਾ ਮਹੀਨਾ ਮੋਟਰ ਬੰਦ ਰਹੀ। ਨਹਿਰੀ ਪਾਣੀ ਦਾ ਸਿਸਟਮ ਹੈ? ਨਹੀਂ ਨਹਿਰੀ ਸਿਸਟਮ ਭਾਈ ਕੋਈ ਨਹੀਂ। ਅੱਛਾ, ਲੇਕਿਨ ਇਹ ਫਿਰ ਇਤਨਾ ਵਜ੍ਹਾ ਕਿਉਂ? ਇੱਕ ਬੈਕਵਰਡ ਗਿਆ ਇਲਾਕਾ ਹੋਵੇ ਨਾ, ਚਲੋ ਕੋਈ ਬਹੁਤ ਸ਼ਹਿਰ ਦੇ ਨਜ਼ਦੀਕ ਇਲਾਕਾ, ਉਹ ਵੀ ਨਹੀਂ, ਉਹ ਸਹੂਲਤ ਵੀ ਕਿਸੇ ਚੀਜ਼ ਦੀ ਨਹੀਂ ਹੈ। ਇਹ ਭਾਈ ਜਾਨ ਜੀ ਵੇਖੋ ਵੀ ਖਾਈ ਚੜੀਆਂ ਮਾਰ ਕੇ ਜੀ, ਤੂੰ ਆਇਆ ਨਾ ਜੀ ਮੈਂ ਲੱਖ ਦੇਣਾ ਜੀ, ਮੈਂ ਫੜਿਆ ਜੀ ਮੈंने 20 ਦੇਣਾ ਜੀ, ਸਿਰਫ ਇੱਕ ਦੂਏ ਨੂੰ ਹਸਦ ਕਰਕੇ ਚੜੀਆਂ ਮਾਰ ਕੇ ਇਤਨੇ ਠੇਕੇ ਲਾਏ ਗਏ ਸਮਝੇ ਜੀ। ਗਰੀਬ ਬੰਦਾ ਕਿੱਲਾ ਲੈ ਕੇ 4 ਡੰਗਰ ਵੀ ਰੱਖ ਲੈਂਦਾ ਸੀਗਾ, ਹੁਣ ਉਹਦੀ ਕੋਈ ਨਹੀਂ। ਇਹ ਚੌਧਰੀ ਸਾਹਿਬ ਤੁਸੀਂ ਇਹ ਦੱਸੋ ਨਾ, ਇਹ ਜਿਹੜਾ 1.5 ਲੱਖ ਤੁਸੀਂ ਠੇਕਾ ਦੇ ਕੇ ਤੁਸੀਂ ਮੈਨੇਜ ਕਿਵੇਂ ਕਰਦੇ ਹੋ? ਆਖਰ ਤੁਸੀਂ ਜੇ ਵਿੱਚ ਪੈਸਾ ਉਹਨਾਂ ਨੂੰ ਐਡਵਾਂਸ ਦੇ ਦੇਣਾ, ਨਕਦ ਦੇ ਦੇਣਾ, ਉਹਨੂੰ ਤੁਸੀਂ ਕਿਵੇਂ ਪੂਰੇ ਸਾਲ ਦੇ ਵਿੱਚ ਹਿਸਾਬ ਕਿਤਾਬ ਕਰਕੇ ਕੋਈ ਸਮਝ ਆਉਂਦੀ ਹੈ? ਪੂਰਾ ਭਾਈਜਾਨ ਕੋਈ ਨਹੀਂ ਹੁੰਦਾ ਜੀ, ਸਮਝ ਇਹ ਆਉਂਦੀ ਹੈ 35 ਤੋਂ 40 ਮਣ ਕਣਕ ਹੋ ਜਾਂਦੀ ਹੈ ਕਿੱਲੇ ਚੋਂ ਮੈਕਸਿਮਮ ਔਸ ਜਿਹੜੀ ਹੈ ਨਾ ਇਸਰੀ ਹੈ ਤੇ ਇਤਨੀ ਤਕਰੀਬਨ ਕਿ ਮੁੰਜੀ ਹੋ ਜਾਂਦੀ ਹੈ ਜੀ। ਤੇ ਤੁਹਾਡੀਆਂ 2 ਫਸਲਾਂ ਨੇ ਜੀ, ਆਈ ਤੇ 2 ਫਸਲਾਂ ਹੀ ਹੁੰਦੀਆਂ ਜੀ, ਮੁੰਜੀ ਤੇ ਕਣਕ ਦੀਆਂ ਜੀ, ਬਾਕੀ ਪੱਠੇ ਛੱਠੇ ਹੋ ਜਾਂਦੇ ਨੇ। ਇਹ 2 ਫਸਲਾਂ ਹੀ ਮੈਕਸਿਮਮ ਇੱਥੇ ਹੁੰਦੀਆਂ ਜਿਹੜੀਆਂ। ਤੇ ਗੱਲ ਉਹੀ ਆ ਜਾਂਦੀ ਹੈ ਬਹਿ ਜਾਗੇ ਮਾਰ ਕੇ ਜੁੱਤੀਆਂ ਸਾਡੇ ਸਿਰ 'ਚ ਸਮਝ। ਇਹ ਗੱਲ ਹੁੰਦੀ ਵੀ ਠੇਕੇਦਾਰ ਹਨ ਜੀ, ਬੱਲੇ ਬੱਲੇ 10 ਕਿੱਲੇ ਬੋਏ ਦਾ ਠੇਕੇ ਲਈ ਵਧਣ ਜੀ, ਉਹ ਠੇਕੇਦਾਰ ਚੌਧਰੀ ਹਾਂ ਠੇਕੇਦਾਰ ਕਹਿੰਦੇ ਨੇ ਬੱਲੇ ਬੱਲੇ ਬੜਾ ਠੇਕਾ ਲਿਆ ਹੋਇਆ ਜੀ 10 ਕਿੱਲੇ ਆਪਣੇ ਤੇ 10 ਕਿੱਲੇ ਨਾਲ ਹੋਰ ਜੀ। ਇਹ ਕੋਈ ਬਾਜਨ ਬਚਦਾ ਹੋਰ ਹਿਸਾਬ ਕਰਕੇ ਲਾਇਆ ਗਿਆ ਕਿ 200 ਰੁਪਏ ਦਿਹਾੜੀ ਵੀ ਨਹੀਂ ਪਾਉਂਦੇ ਜੀ। 10 ਕਿਲੋਮੀਟਰ ਤੋਂ ਅੱਗੇ ਸਕੂਲ ਕੋਈ ਨਹੀਂ ਜਿੱਥੇ ਬੰਦਾ 5ਵੀਂ ਤੋਂ ਬਾਅਦ ਉੱਥੇ ਦਾਖਲ ਕਰਾ ਦੇ। ਪ੍ਰਾਈਵੇਟ ਅਸੀਂ ਨਹੀਂ ਪੜ੍ਹਾ ਸਕਦੇ ਇਤਨੀਆਂ। ਹਾਂ ਨਹੀਂ ਖਰਾਜਾਤ ਵੇਖੋ ਪਿੰਡ 'ਚ ਰਹਿ ਕੇ ਵੀ ਮੈਨੇਜ ਨਹੀਂ ਹੁੰਦਾ ਪਿਆ। ਨਾਲੇ ਸਾਡੇ ਬੱਚੇ ਨਲਾਇਕ ਕੋਈ ਨਹੀਂ, ਬਿਲਕੁਲ ਕੋਈ ਨਲਾਇਕ ਨਹੀਂ। ਆਖਣਾ ਵੀ ਸ਼ਹਿਰ ਵਾਲੇ ਜ਼ਿਆਦਾ ਲਾਇਕ ਹੈ ਜ਼ਿਆਦਾ, ਲੇਕਿਨ ਸਹੂਲਤ ਕੋਈ ਸਹੂਲਤ ਤੇ ਖਾਲਸ 2 ਚੌਕੇ ਦੇਵਣਾ ਜੀ ਮੱਜੀ ਤੱਲੂ ਉਹ 80 ਰੁਪਏ ਮਸਦ ਇੱਕ 2 ਲੈਂਦੇ ਪੈਣ ਜੀ। ਬਸ ਇਹ ਸਮਝੋ ਤੁਹਾਨੂੰ ਇਹ ਕੋਈ ਦੁੱਧ ਬਚ ਗਿਆ ਹੋ ਬਸ ਇਹ ਵੀ ਅੱਲਾਹ ਪਾਕ ਰਿਜ਼ਕ ਲਾਇਆ ਹੋਇਆ ਜੀ, ਅੱਲਾਹ ਪਾਕ ਬਰਕਤ ਪਾ ਦਿੰਦਾ ਜੀ। ਜਾਨਵਰ ਆ ਗਿਆ ਸਮਝ ਆ ਗਈ ਜੱਟ ਨੂੰ ਕੋਈ ਸਾਲ ਦੇ ਦਾਣੇ ਹੋ ਗਏ ਬਸ ਉਹ ਠੇਕਾ ਦੇ ਖੂਹ ਦੀ ਮਿੱਟੀ ਖੂਹ ਚਲੀ ਜਾਂਦੀ। ਤੇ ਬਾਕੀ ਬੜੀ ਹਿੰਮਤ ਦੀ ਗੱਲ ਹੈ ਜੀ। ਇਤਨਾ ਜਿਹੜਾ ਅੱਜ ਦਾ ਮਹਿੰਗਾਈ ਦੇ ਦੌਰ ਹੈ ਤੁਸੀਂ ਮੈਨੇਜ ਕਰ ਰਹੇ ਹੋ। ਠੇਕਾ ਵੀ ਵੇਖੋ ਨਾ ਜੀ 10 ਕਿੱਲੇ ਦਾ ਮਤਲਬ ਤੁਸੀਂ 15 ਲੱਖ ਰੁਪਇਆ ਉਹਨਾਂ ਨੂੰ ਐਡਵਾਂਸ ਆਪਣੇ ਘਰੋਂ ਪਹਿਲੇ ਦੇ ਦੇਣਾ ਜੀ ਜੀ ਦੇ ਦੇਣਾ ਨਾ ਜੀ। ਉਸ ਤੋਂ ਬਾਅਦ ਤੁਸੀਂ ਉਸ ਤੋਂ ਇਨਕਮ ਲੈਣੀ ਹੈ। ਉਹ 6 ਮਹੀਨੇ ਬਾਅਦ ਆਵੇ, ਸਾਲ ਬਾਅਦ ਆਵੇ, ਮਾਲਕ ਤਾਂ ਆਪਣੇ ਪੈਸੇ ਪਾਏ ਬੋਝੇ ਤੇ ਹੋ ਗਿਆ ਜੀ। ਇੰਜੇ ਗੱਲ ਹੈ ਜੀ, ਉਹ ਕਸ਼ ਕੱਢੋ ਨਾ ਕੱਢੋ ਆਪਣਾ ਲੈ ਕੇ ਤੁਹਾਡੀ ਅੱਗੇ ਆਪਣੀ ਮਿਹਨਤ ਤੇ ਅੱਲਾਹ ਤਾਲਾ ਬਰਕਤ ਪਾਵੇ ਜੀ। ਇਹ ਤਾਂ ਬੜੀ ਮਿਹਨਤ ਦਾ ਕੰਮ ਹੈ। ਨਹੀਂ ਮਿਹਨਤ ਦਾ ਕੰਮ ਇਸ ਵਾਸਤੇ ਬਰਕਤ, ਜ਼ਿਮੀਂਦਾਰ 'ਚ ਬਰਕਤ ਹੈ, ਹੱਕ ਹਲਾਲ ਦੀ ਰੋਜ਼ੀ ਹੈ, ਹੱਕ ਹਲਾਲ ਦੀ ਰੋਜ਼ੀ ਵੇਖੋ ਨਾ ਜੀ ਬਰਕਤ ਹੈ। ਤੇ ਸ਼ਹਿਰਾਂ 'ਚ ਤਾਂ ਜੀ 10 ਵਜੇ ਤੱਕ ਸੁੱਤਾ ਨਹੀਂ ਉੱਠਦਾ ਤਾਂ 10 ਵਜੇ ਤੱਕ ਮਾਸ਼ਾਅੱਲਾ ਸਾਰਾ ਕੰਮ 4 ਵਜੇ ਦੇ ਉੱਠੇ ਹੋਏ ਅਜ਼ਾਨਾਂ ਦਾ ਟਾਈਮ ਸਹੀ ਹੈ ਕਿਉਂਕਿ 11 ਵਜ ਗਏ ਹੋਣੇ। ਇਸੇ ਤਰ੍ਹਾਂ ਹੁਣ ਕੋਈ ਬੈਠੇ ਆ 3 ਵਜੇ ਸਟਾਰਟ ਸ਼ੁਰੂ ਹੋਇਆ ਫਿਰ ਰਾਤ ਦੇ 9 ਵਜੇ ਤੱਕ। ਚਲੋ ਇਹ ਵੀ ਸੁੱਖ ਦੀ ਨੀਂਦ ਤਾਂ ਆਂਦੀ ਹੈ ਨਾ ਜੀ ਹੱਕ ਹਲਾਲ ਦੀ ਵਜ੍ਹਾ। ਮੱਛਰ ਕਿਤੇ ਚਲੋ ਅੱਜ ਜਿਤਨੀਆਂ ਲੋਆਂ ਚੱਲ ਗਈਆਂ ਮੱਛਰ ਲਗਾ ਜਾਂਦੇ ਤੇ ਏਸੀਆਂ ਤੇ ਪੈਨ ਫਰਿੱਜਾਂ, ਸਾਡੇ ਇੱਥੇ ਫਰਿੱਜ ਵੀ ਨਹੀਂ ਚੱਲਦੇ। ਬੜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ, ਅਸਲਾਮ ਅਲੈਕੁਮ।